ਫਿਰ ਦਰਸ਼ਕੋ ਅੱਜ ਦੇ ਸ਼ੋਅ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਸ਼ੋਅ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਕਈ ਮਸਲਿਆਂ ਦੇ ਉੱਪਰ ਗੱਲ ਜਿਹੜੀ ਆ ਹੋਣੀ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਕੱਲ ਨੂੰ ਜਿਹੜੀ ਆ ਨਵੀਂ ਸਰਕਾਰ ਦੇ ਮੁੱਖ ਮੰਤਰੀ ਦਾ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ, ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਹੈ। ਉਹਦੇ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ। ਬਹੁਤ ਸਾਰੇ ਇਲਾਕਿਆਂ ਤੋਂ ਲੋਕ ਆਮ ਮੁਹਾਰੇ ਜਿਹੜੇ ਆ ਉੱਥੇ ਪਹੁੰਚਣਗੇ। ਮਤਲਬ ਇਹ ਸਭ ਤੋਂ ਮਹਿੰਗਾ ਹੁਣ ਤੱਕ ਦਾ ਸਹੁੰ ਚੁੱਕ ਸਮਾਗਮ ਹੋਏਗਾ। ਇਹਨੂੰ ਲੈ ਕੇ ਬਹੁਤ ਚਰਚਾ ਪੰਜਾਬ ਦੇ ਵਿੱਚ ਗਰਮ ਹੈ ਵੀ ਇੰਨਾ ਪੈਸਾ ਇਹਦੇ ਤੇ ਕਿਉਂ ਲਾਇਆ ਜਾ ਰਿਹਾ। ਇਹਦੇ ਨਾਲ ਹੀ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਨੇ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਤੇ ਚੰਨੀ ਦੇ ਉੱਪਰ ਦੁਬਾਰਾ ਹਮਲਾ ਖੋਲਿਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਤਰੀਕਾਕਾਰ ਅਪਣਾਇਆ ਗਿਆ ਉਹ ਗਲਤ ਸੀਗਾ। ਹੁਣ ਵੀ ਜਿਹੜਾ ਕਹਿੰਦਾ ਵੀ ਇੱਕ ਗੱਲ ਸ਼ੁਰੂ ਕਰ ਲਈ ਗਈ ਹੈ, ਜਿਹੜੀ ਵਿਧਾਇਕ ਪਾਰਟੀ ਆ ਉਹਦਾ ਜਿਹੜਾ ਵਿਰੋਧੀ ਧਿਰ ਦਾ ਆਗੂ ਚੁਣਨਾ, ਉਹ ਵੀ ਵੋਟਾਂ ਪਾ ਕੇ ਚੁਣ ਲੈਣਾ ਚਾਹੀਦਾ। ਮਤਲਬ ਇਹ ਨਹੀਂ ਹੋਣਾ ਚਾਹੀਦਾ ਵੀ ਕਿਸੇ ਜਿਹੜਾ ਪਾਪੂਲਰ ਨਾ ਹੋਵੇ ਉਹਨੂੰ ਬਣਾ ਦਿੱਤਾ ਜਾਣਾ ਚਾਹੀਦਾ। ਨਾਲ ਹੀ ਉਹਨਾਂ ਕਿਹਾ ਵੀ ਕਾਂਗਰਸ ਦਾ ਸੂਬਾਈ ਪ੍ਰਧਾਨ ਦਾ ਵੀ ਮਾਮਲਾ ਜਿਹੜਾ ਜੋ ਵੀ ਮਸਲੇ ਉਹ ਜਲਦੀ ਹੱਲ ਕਰਨੇ ਚਾਹੀਦੇ ਤੇ ਸਾਨੂੰ ਅੱਗੇ ਨੂੰ ਤੁਰਨਾ ਚਾਹੀਦਾ। ਇਸ ਗੱਲ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਦੇ ਵਿੱਚ ਚਰਚਾ ਹੈ। ਇਸ ਦੇ ਨਾਲ ਹੀ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਹਰੀਸ਼ ਚੌਧਰੀ, ਉਹਨਾਂ ਨੇ ਜਿਹੜੀ ਆ ਵਿਧਾਇਕਾਂ ਦੀ ਤੇ ਜਿਹੜੇ ਉਮੀਦਵਾਰ ਸੀਗੇ ਕਾਂਗਰਸ ਪਾਰਟੀ ਦੇ, ਉਹਨਾਂ ਨੇ ਅੱਜ ਉਹਨਾਂ ਦੀਆਂ 2 ਮੀਟਿੰਗਾਂ ਸੱਦੀਆਂ ਹੋਈਆਂ ਨੇ। ਉਹਨਾਂ ਦੇ ਵਿੱਚ ਇਸ ਗੱਲ ਦਾ ਜਾਇਜ਼ਾ ਲਿਆ ਜਾਏਗਾ ਵੀ ਕਾਂਗਰਸ ਪਾਰਟੀ ਨੂੰ ਇੰਨੀ ਮਾੜੀ ਹਾਰ ਕਿਉਂ ਹੋਈ, ਭਾਵੇਂ ਕਿ ਕਈ ਗੱਲਾਂ ਜਿਹੜੀਆਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ। ਇਹਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਦੇ ਉੱਪਰ ਹਮਲਾ ਬੋਲਿਆ ਵੀ ਉਹਨਾਂ ਦੀ ਫੇਲੀਅਰ ਕਰਕੇ ਜਿਹੜੀ ਹੈ ਪੰਜਾਬ ਕਾਂਗਰਸ ਹਾਰੀ ਆ। ਉਹਨਾਂ ਦਾ ਤਾਂ ਮੇਨ ਆਪਣੇ ਤੋਂ ਆ ਵੀ ਉਹਨਾਂ ਨੂੰ ਹਟਾਇਆ ਗਿਆ ਤੇ ਇਸ ਕਰਕੇ ਸਾਰਾ ਜਿਹੜਾ ਸੰਕਟ ਵੱਧ ਗਿਆ। ਪਰ ਉਹਨਾਂ ਨਾਲ ਇਹ ਵੀ ਕਿਹਾ ਕਿ ਉਹਨਾਂ ਨੇ ਵੀ ਜਦੋਂ ਉਹਨਾਂ ਨੂੰ ਹਟਾਇਆ ਗਿਆ ਉਹ ਤੋਂ 15-20 ਦਿਨ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਪਰ ਉਹਨਾਂ ਦਾ ਅਸਤੀਫਾ ਨਹੀਂ ਸੀ ਲਿਆ। ਇਹਦੇ ਨਾਲ ਹੀ ਜਿਹੜਾ ਕੱਲ ਪਾਰਲੀਮੈਂਟ ਦਾ ਸੈਸ਼ਨ ਵੀ ਜਾਰੀ ਹੈ, ਉਹਦੇ ਵਿੱਚ ਦੱਸਿਆ ਗਿਆ ਕਿ ਤਕਰੀਬਨ 2.25 ਕਰੋੜ ਲੋਕ ਜਿਹੜੇ ਕੇਵਲ ਟੂਰ ਐਂਡ ਟਰੈਵਲ ਇੰਡਸਟਰੀ ਨਾਲ ਸੰਬੰਧਿਤ ਆ, ਉਹਨਾਂ ਦਾ ਕਰੋਨਾ ਦੇ ਪਹਿਲੀ ਲਹਿਰ, ਦੂਜੀ ਲਹਿਰ, ਤੀਜੀ ਲਹਿਰ ਦੇ ਵਿੱਚ ਇੰਨੇ ਲੋਕਾਂ ਦਾ ਰੁਜ਼ਗਾਰ ਗਿਆ। ਰੁਜ਼ਗਾਰ ਦੇ ਇਹ ਇਕੱਲਾ ਇੱਕ ਸੈਕਟਰ ਦਾ ਹੈਗਾ, ਕੇਵਲ ਸੈਰ ਸਪਾਟਾ ਸੈਕਟਰ ਦਾ। ਬਾਕੀ ਜੇ ਸੈਕਟਰ ਮਿਲਾ ਲਏ ਜਾਣ ਇਹ ਬਹੁਤ ਵੱਡੀ ਜਿਹੜੀ ਗਿਣਤੀ ਬਣਦੀ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਕੁਝ ਖਬਰਾਂ ਇਸ ਤਰੀਕੇ ਦੀਆਂ ਆ ਰਹੀਆਂ ਕਿ ਨਵਾਂ ਐਡਵੋਕੇਟ ਜਨਰਲ ਲਾਉਣ ਦਾ ਫੈਸਲਾ ਜਿਹੜਾ ਕਰ ਲਿਆ ਗਿਆ। ਅਜੇ ਆਰਡਰ ਜਿਹੜੇ ਆ ਕੱਲ ਤੋਂ ਬਾਅਦ ਹੀ ਉਹਨਾਂ ਦੇ ਹੋਣਗੇ। ਜਿਹੜੀਆਂ ਹੋਰ ਖਬਰਾਂ ਨੇ ਇਸ ਦੇ ਨਾਲ ਹੀ ਇਹ ਵੀ ਚਰਚਾ ਆ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦੀ ਜਿਹੜੀ ਹੈ ਕਿਸੇ ਮਹਿਲਾ ਨੂੰ ਸਪੀਕਰ ਬਣਾ ਦਿੱਤਾ ਜਾਵੇ। ਉਹਨਾਂ ਵਿੱਚ 2 ਨਾਂ ਨੇ। ਇਹ ਅਜੇ ਚਰਚਾ 'ਚ ਆ, ਫਾਈਨਲ ਕੀ ਹੋਏਗਾ ਇਹ ਤਾਂ ਅਜੇ ਦੇਖਣਾ ਹੋਏਗਾ। ਤੇ ਇਹਦੇ ਨਾਲ ਹੀ 17 ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਸ਼ੁਰੂ ਹੋ ਜਾਏਗਾ। ਉਹਦੇ ਨਾਲ ਹੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਜਿਹੜੀਆਂ ਆਉਣਗੀਆਂ। ਇੱਕ ਅਜਿਹਾ ਵਿਧਾਇਕ ਵੀ ਹੈ ਜਿਹੜਾ ਵੱਡੇ ਮਾਰਜਨ ਨਾਲ ਜਿੱਤਿਆ, ਜਿਹਨੇ ਬਾਕੀਆਂ ਸਾਰਿਆਂ ਦੀ ਲਗਭਗ ਬਹੁਤਿਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਆਂ। ਉਹਦਾ ਕਹਿਣਾ ਕਿ ਉਹ ਸਾਈਕਲ ਤੇ ਹੀ ਆਪਣਾ ਜਿਹੜਾ ਸਫ਼ਰ ਜਾਰੀ ਰੱਖੇਗਾ। ਸੋ ਇਸ ਤਰੀਕੇ ਦੀਆਂ ਖਬਰਾਂ ਨੇ। ਸਭ ਤੋਂ ਵੱਧ ਜਿਹੜੀ ਚਰਚਾ ਨਵੀਂ ਸਰਕਾਰ ਦੇ ਸਹੁੰ ਚੁੱਕਣ ਦੀ ਹੈ, ਉਹਦੇ ਤੇ ਜਿਹੜਾ ਖਰਚਾ ਉਹਨੂੰ ਲੈ ਕੇ ਹੈਗਾ ਤੇ ਅਧਿਕਾਰੀ ਸਾਰੇ ਪੰਜਾਬ ਇਸੇ ਪਾਸੇ ਵੱਲ ਲੱਗੇ ਹੋਏ ਨੇ। ਇਸਦੇ ਨਾਲ ਹੀ ਵੱਖ-ਵੱਖ MLA ਨੇ, ਉਹ ਹਸਪਤਾਲਾਂ 'ਚ ਜਾ ਰਹੇ, ਉਹ ਸਕੂਲਾਂ 'ਚ ਜਾ ਰਹੇ, ਉਹ ਹੋਰ ਥਾਵਾਂ ਦੇ ਉੱਪਰ ਜਾ ਰਹੇ ਨੇ। ਪਰ ਇਸ ਗੱਲ ਨੂੰ ਲੈ ਕੇ ਵੀ ਚਰਚਾ ਵੀ ਅਜੇ ਉਹਨਾਂ ਨੇ ਸਹੁੰ ਨਹੀਂ ਚੁੱਕੀ। ਉਹਨਾਂ ਆਪਣਾ ਕੰਮ ਜਿਹੜਾ ਇਸ ਤਰੀਕੇ ਨਾਲ ਕੀਤਾ, ਇਹਨੂੰ ਲੈ ਕੇ ਵੀ ਹੈਗਾ। ਇਸ ਦੇ ਨਾਲ ਹੀ ਇੱਕ ਖਬਰ ਜਿਹੜੀ ਹੋਰ ਹੈਗੀ ਕਿ ਖਰੜ ਨਾਲ ਸੰਬੰਧਿਤ ਹੈ। ਉਹਦੇ 'ਚ ਇਹ ਵੀ ਜਿਹੜੀ ਹੈ ਦਿਨੇ ਤਾਂ ਰੇਤਾ ਜਿਹੜੀ ਆ ਉਹ ਨਹੀਂ ਕੱਢੀ ਜਾ ਰਹੀ, ਰਾਤ ਨੂੰ ਅਜੇ ਵੀ ਟਰੱਕ ਜਿਹੜੇ ਚੱਲ ਰਹੇ ਆ। ਇਸ ਕਰਕੇ ਨਵੀਂ ਸਰਕਾਰ ਦਾ ਜਿਹੜਾ ਇੰਪੈਕਟ ਹੈ ਉਹਨੂੰ ਆਪਣਾ ਜਿਹੜਾ ਅਸਰ ਆ ਵਧਾਉਣਾ ਪਏਗਾ। ਮਤਲਬ ਇਸ ਤਰੀਕੇ ਦੀਆਂ ਬਹੁਤ ਸਾਰੀ ਕਈ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਚਰਚਾ ਕਰਨ ਦੀ ਲੋੜ ਹੈ। ਪਰ ਅਸੀਂ ਜਿਹੜੀ ਹੈ ਆਪਣੀ ਸ਼ੁਰੂਆਤ ਜਿਹੜੀ ਆ ਜਿਹੜਾ ਕਾਂਗਰਸ ਜਿਹੜਾ ਆਮ ਆਦਮੀ ਪਾਰਟੀ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ, ਜਿਹੜਾ ਉਹਨਾਂ ਵੀ ਸੱਦਾ ਦਿੱਤਾ ਵੀ ਕੱਲ ਜਿਹੜਾ ਖਟਕਲ ਕਲਾਂ ਉਹ ਮਤਲਬ ਪੀਲੀਆਂ ਪੱਗਾਂ ਤੇ ਪੀਲੀਆਂ ਚੁੰਨੀਆਂ ਨਾਲ ਰੰਗਿਆ ਹੋਣਾ ਚਾਹੀਦਾ। ਉਹਨਾਂ ਦੀ ਆਫਰ ਨੂੰ ਜਿਹੜਾ ਕਾਫੀ ਪਾਸਿਓਂ ਹੁੰਗਾਰਾ ਮਿਲ ਰਿਹਾ, ਜਿਹੜੀ ਉਹਨਾਂ ਤਜਵੀਜ਼ ਦਿੱਤੀ ਹੈ। ਲੋਕ ਜਿਹੜੇ ਆ ਜਿੱਥੋਂ ਤੱਕ ਦੀਆਂ ਰਿਪੋਰਟਾਂ ਆ ਰਹੀਆਂ, ਲੋਕ ਵੱਡੀ ਪੱਧਰ ਤੇ ਚੁੰਨੀਆਂ ਤੇ ਪੱਗਾਂ ਖਰੀਦ ਰਹੇ ਨੇ ਤੇ ਵੱਡੇ ਪੱਧਰ ਤੇ ਪੱਗਾਂ ਜਿਹੜੀਆਂ ਪੀਲੇ ਰੰਗ ਦੀਆਂ
ਬਸੰਤੀ ਰੰਗ ਦੀਆਂ ਜਿਹੜੀਆਂ ਬੰਨ ਕੇ ਉੱਥੇ ਸ਼ਿਰਕਤ ਕਰਨਗੇ। ਪਰ ਮਸਲੇ ਜਿਹੜੇ ਆ ਉਹ ਬਹੁਤ ਵੱਡੇ ਨੇ, ਚੈਲੰਜ ਜਿਹੜੇ ਆ ਇਸ ਸਰਕਾਰ ਲਈ ਬਹੁਤ ਵੱਡੇ ਨੇ। ਉਹ ਚੈਲੰਜ ਮੀਟ ਕਰਨ ਲਈ, ਜਿਵੇਂ ਰੇਤਾ ਦੀ ਮੈਂ ਗੱਲ ਕੀਤੀ ਹੈ, ਵੀ ਅਜੇ ਵੀ ਰਾਤ ਨੂੰ ਜਿਹੜੀ ਹੈ ਰੇਤਾ ਦਾ ਖਨਨ ਜਾਰੀ ਹੈ। ਉਸ ਮਾਮਲਿਆਂ ਬਾਰੇ ਜਿਹੜਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਲੱਗਦਾ ਕਿ ਇੱਕ ਵਾਰੀ ਇਹ ਮਾਮਲਿਆਂ ਨੂੰ ਹੱਲ ਕਰਨ ਦੇ ਵਿੱਚ ਇਹ ਸਰਕਾਰ ਸਫਲ ਹੋਏਗੀ, ਪਰ ਲਗਾਤਾਰ ਉਹਨਾਂ ਨੂੰ ਇਹਦੇ ਦੇ ਉੱਪਰ ਪਹਿਰਾ ਦੇਣਾ ਪਏਗਾ। ਜੰਡੂ ਸਾਹਿਬ, ਉਹਦੇ ਵਿੱਚ ਦੇਖੋ ਗੱਲਾਂ ਹੁਣ ਤੁਸੀਂ ਕਈ ਕੀਤੀਆਂ, ਹੁਣ ਆਪਾਂ ਸ਼ੁਰੂਆਤ ਕਿੱਥੋਂ ਕਰਨੀ ਹੈ? ਕੱਲ ਨੂੰ ਸਰ ਜਿਹੜੇ ਭਗਵੰਤ ਮਾਨ ਨੇ ਸਹੁੰ ਚੁੱਕਣੀ ਹੈ। ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜੀ ਸਹੁੰ ਚੁੱਕ ਸਮਾਗਮ ਹੈ, ਇਹ ਗੱਲ ਆਪਾਂ ਕੱਲ ਵੀ ਕੀਤੀ ਸੀਗੀ ਕਿ ਉਹਦੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਤਾਂ ਉੱਠ ਹੀ ਰਹੇ ਹੈ, ਔਰ ਜਿਸ ਤਰ੍ਹਾਂ ਉਹ ਖੁੱਲਾ ਸੱਦਾ ਦੇ ਰਹੇ ਹੈ ਤੇ ਜਿਹੜੀ ਸਰਕਾਰੀ ਪ੍ਰਬੰਧਾਂ ਦੀ ਗੱਲ ਆ ਰਹੀ ਕਿ ਉਹ ਤਾਂ ਉੱਥੇ 4 ਲੱਖ ਜਾਂ 3-4 ਲੱਖ ਦੇ ਵਿਚਾਲੇ ਦਾ ਪ੍ਰਬੰਧ ਹੈ। ਤੇ ਜਿੱਦਾਂ ਮਾਨ ਸਾਹਿਬ ਜਿਹੜੇ ਆ ਉਹ ਸੱਦਾ ਦੇ ਰਹੇ ਕਿ ਸਾਰਾ ਪੰਜਾਬ ਹੀ ਉੱਥੇ ਢੁੱਕੇ, ਤਾਂ ਜੇ ਉੱਥੇ ਜ਼ਿਆਦਾ ਲੋਕ ਆਉਂਦੇ ਆ ਤਾਂ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਇਹ ਠੀਕ ਹੈ ਕਿ ਮਤਲਬ ਉੱਥੇ ਸਮਾਗਮ ਜਿਹੜਾ ਹੈ ਬੜੀ ਸ਼ਾਨੋ ਸ਼ੌਕਤ ਨਾਲ ਉਹ ਕਰ ਰਹੇ ਹੈਗੇ ਆ, ਚੰਗੀ ਗੱਲ ਹੈਗੀ ਆ ਕਿ ਚਲੋ ਜਿੰਨੀ ਉਹਨਾਂ ਨੂੰ ਬਹੁਮਤ ਮਿਲਿਆ ਹੈਗਾ ਉਹਦਾ ਚਾਅ ਵੀ ਹੈਗਾ, ਜਸ਼ਨ ਵੀ ਹੈਗਾ। ਪਰ ਇਹ ਜ਼ਰੂਰ ਹੈ ਕਿ ਉਸ ਦੇ ਨਾਲ ਜਿਹੜੀਆਂ ਗੱਲਾਂ ਉਹ ਆਪ ਕਰਦੇ ਰਹੇ ਹੈ, ਔਰ ਖਾਸ ਕਰਕੇ ਪੰਜਾਬ ਦੀ ਜਿਸ ਤਰ੍ਹਾਂ ਦੀ ਹਾਲਤ ਹੈ ਆਰਥਿਕ, ਉਹਦੇ ਵਿੱਚ ਏਡੇ ਵੱਡੇ ਖਰਚੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ, ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਹੋ ਰਹੀਆਂ। ਚਲੋ ਇਹ ਤਾਂ ਸਮਾਗਮ ਹੋਏਗਾ, ਨਿਪਟ ਜਾਏਗਾ, ਪਰ ਉਸ ਤੋਂ ਬਾਅਦ ਅੱਗੇ ਜਿਹੜੀ ਲੋਕਾਂ ਨਾਲ ਤੁਸੀਂ ਗਰੰਟੀਆਂ ਦਿੱਤੀਆਂ ਉਹਨਾਂ ਦਾ ਕੀ ਹੋਏਗਾ, ਉਹਨਾਂ ਦੇ ਬਾਰੇ ਤਾਂ ਹੁਣ ਚਲੋ ਪਤਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ 17 ਤਰੀਕ ਨੂੰ ਸੈਸ਼ਨ ਹੈ, ਫਿਰ 22 ਤਰੀਕ ਨੂੰ ਸੈਸ਼ਨ ਹੈ, ਇਹ ਸਾਰਾ ਕੁਝ ਤਾਂ ਉਦੋਂ ਸਾਹਮਣੇ ਆਏਗਾ। ਪਰ ਜਿਹੜੇ ਅੱਜ ਜਦੋਂ ਉਹਨਾਂ ਨੇ ਕੱਲ ਅਸਤੀਫਾ ਦਿੱਤਾ ਹੈ ਆਪਣੇ ਲੋਕ ਸਭਾ ਮੈਂਬਰੀ ਤੋਂ, ਤਾਂ ਉਸ ਸਮੇਂ ਉਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਜ਼ਰੂਰ ਕਹੀ ਹੈਗੀ ਹੈ ਕਿ ਅਸੀਂ ਉੱਥੇ ਕ੍ਰਾਂਤੀਕਾਰੀ ਜਿਹੜੇ ਫੈਸਲੇ ਹੈ ਪਹਿਲੀਆਂ ਮੀਟਿੰਗਾਂ 'ਚ ਹੀ ਕਰਾਂਗੇ। ਉਹ ਕ੍ਰਾਂਤੀਕਾਰੀ ਕਿਹੜੇ ਫੈਸਲੇ ਇਹ ਤਾਂ ਉਹਨਾਂ ਨੇ ਜ਼ਿਕਰ ਨਹੀਂ ਕੀਤਾ, ਪਰ ਇਹ ਜ਼ਰੂਰ ਕਿਹਾ ਕਿ ਅਸੀਂ ਕ੍ਰਾਂਤੀਕਾਰੀ ਫੈਸਲੇ ਉਹਨੂੰ ਲਵਾਂਗੇ, ਔਰ ਉਹਦੇ ਵਿੱਚ ਚੰਗੀ ਗੱਲ ਹੈ ਕਿ ਫੈਸਲੇ ਲਏ ਜਾਣ। ਪਰ ਇਹ ਜ਼ਰੂਰ ਹੈ ਕਿ ਲੋਕ ਇਹ ਤਵੱਕੋ ਕਰਦੇ ਸੀ ਇਹਨਾਂ ਤੋਂ ਕਿ ਜਿਸ ਤਰ੍ਹਾਂ ਦੀ ਹਾਲਤ ਹੈ, ਜਿਸ ਤਰ੍ਹਾਂ ਦੀ ਗੱਲ ਇਹ ਆਪ ਕਰਦੇ ਆ ਕਿ ਇਹ ਇੰਨੇ ਵੱਡੇ ਖਰਚ ਨਹੀਂ ਕਰਨਗੇ। ਕੱਲਾ ਇਹ ਖਰਚਾ ਤਾਂ ਤੁਸੀਂ ਦੱਸਿਆ ਹੈਗਾ ਜਿਹੜਾ 2 ਕਰੋੜ ਉੱਥੋਂ ਦਾ ਹੋਣਾ, ਜਿਹੜੀਆਂ ਬੱਸਾਂ ਆਉਣੀਆਂ ਜਿਸ ਤਰ੍ਹਾਂ ਅੰਮ੍ਰਿਤਸਰ ਗਈਆਂ ਸੀ, ਜੇ ਉਹ ਬੱਸਾਂ ਉਸ ਤਰ੍ਹਾਂ ਹੀ ਆਉਣੀਆਂ ਤਾਂ ਲੋਕਾਂ ਨੂੰ ਜਿਹੜੀ ਆਉਣ ਜਾਣ ਦੀ ਤੰਗੀ ਹੋਏਗੀ ਉਹ ਵੀ ਧਿਆਨ 'ਚ ਰੱਖੀ ਜਾਣੀ ਚਾਹੀਦੀ ਸੀਗੀ। ਔਰ ਇਹ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਜਿਹੜਾ ਪ੍ਰਬੰਧ ਹੈ ਸਾਰਾ, ਉਸ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਹੁਣ ਜਿਹੜੀਆਂ ਉੱਥੇ ਗੱਲਾਂ ਹੁੰਦੀਆਂ ਜਾਂ ਕਿਸ ਕਿਸ ਤਰ੍ਹਾਂ ਦੇ ਉੱਥੇ ਐਲਾਨ ਹੁੰਦੇ ਆ, ਕਿਉਂਕਿ ਅਜੇ ਤੱਕ ਤਾਂ ਜੋ ਵੀ ਹੋ ਰਿਹਾ ਐਲਾਨ ਹੀ ਹੋ ਰਿਹਾ। ਕਿਉਂਕਿ ਪਤਾ ਤਾਂ ਅਸਲ ਪਤਾ ਤਾਂ ਉਦੋਂ ਲੱਗਣਾ ਜਦੋਂ ਕੈਬਨਿਟ ਨੇ ਆਪਣੀ ਮੀਟਿੰਗ ਕਰਕੇ ਫੈਸਲੇ ਲੈਣੇ ਆ, ਜਿਹੜੇ ਏਜੰਡਾ ਹੈਗਾ। ਔਰ ਖਾਸ ਕਰਕੇ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਹੁਣ ਇਹ ਮੰਗ ਕਰ ਰਹੀਆਂ ਕਿ ਜਿਹੜੀ BBMB ਦੀ ਜਿਹੜੀ ਮੈਂਬਰੀ ਖਤਮ ਕੀਤੀ ਗਈ ਹੈ ਉਹਦੇ ਬਾਰੇ ਜਿਹੜਾ ਇਹ ਉਹਨੂੰ ਵਾਪਸ ਕਰਾਉਣ ਦੀ ਜਿਹੜੀ ਸਰਕਾਰ ਫੈਸਲਾ ਕਰੇ, ਚਾਹੇ ਉਹ ਕਾਨੂੰਨ ਲਿਆਵੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਗੱਲਾਂ ਇਹ ਵੀ ਹੈਗੀਆਂ ਜਿਹੜੀਆਂ ਬੜੀਆਂ ਚੁਣੌਤੀ ਵਾਲੀਆਂ ਹੈਗੀਆਂ। ਤਾਂ ਅੱਗੇ ਆਉਣ ਵਾਲਾ ਸੀਜ਼ਨ ਵੀ ਹੈ, ਕਣਕ ਦਾ ਵੀ ਸੀਜ਼ਨ ਹੈ, ਉਹ ਵੀ ਜਿਹੜੀ ਹੈ ਕਿਸ ਤਰ੍ਹਾਂ ਦਾ ਜਿਹੜੇ ਪ੍ਰਬੰਧ ਹੋਣਗੇ ਮੰਡੀਆਂ 'ਚ ਜਾਂ ਕੀ ਉਹਦੇ ਲਈ। ਸੋ ਇਸ ਕਰਕੇ ਜਿਹੜੇ ਫੌਰੀ ਮਾਮਲੇ ਧਿਆਨ ਮੰਗਦੇ ਆ, ਐਕਸਾਈਜ਼ ਪਾਲਿਸੀ ਹੈ, ਉਹ ਸਾਰੀਆਂ ਜਦੋਂ ਆਉਣਗੀਆਂ ਤਾਂ ਉਦੋਂ ਅਸਲ ਵਿੱਚ ਸਰਕਾਰ ਦਾ ਕੀ ਦਿਸ਼ਾ ਬਣੇਗੀ, ਕੀ ਨੀਤੀਆਂ ਹੋਣਗੀਆਂ, ਕੀ ਉਹ ਕਿਸ ਤਰ੍ਹਾਂ ਕਿਸ ਢੰਗ ਨਾਲ ਅੱਗੇ ਵਧੇਗੀ, ਤੇ ਉਹ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਕਿਸ ਤਰ੍ਹਾਂ ਅੱਗੇ ਉਹਨਾਂ ਬਾਰੇ ਫੈਸਲੇ ਹੋਣਗੇ। ਸੋ ਜਿਹੜਾ ਸਹੁੰ ਚੁੱਕ ਸਮਾਗਮ ਹੈ ਇਹ ਤਾਂ ਹੁਣ ਜਦੋਂ ਕੱਲ ਹੋਏਗਾ ਉਸ ਤੋਂ ਬਾਅਦ ਹੀ ਇਹਦੇ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ। ਹਾਲ ਦੀ ਘੜੀ ਤੱਕ ਉਹਦੇ ਉੱਤੇ ਇੰਨਾ ਖਰਚਾ ਕੀਤਾ ਜਾ ਰਿਹਾ, ਉਸ ਦੇ ਬਾਰੇ ਜ਼ਰੂਰ ਪ੍ਰਸ਼ਨ ਚਿੰਨ੍ਹ ਉੱਠ ਰਿਹਾ। ਔਰ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਬੜਾ ਮਹਿੰਗਾ ਜਿਹੜਾ ਹੈਗਾ ਇਹ ਸਹੁੰ ਚੁੱਕ ਸਮਾਗਮ ਹੈਗਾ, ਔਰ ਇਹ ਸਮਾਗਮ ਰਾਜ ਭਵਨ 'ਚ ਵੀ ਹੋ ਸਕਦਾ ਸੀਗਾ, ਸਿੰਪਲ ਵੀ ਹੋ ਸਕਦਾ ਸੀ, ਤਾਂ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਫੰਕਸ਼ਨ ਤਾਂ ਬਾਅਦ ਵੀ ਹੁਣ 23 ਮਾਰਚ ਵੀ ਆਉਣੀ ਆ, ਉਦੋਂ ਵੀ ਕੀਤਾ ਜਾ ਸਕਦਾ ਸੀ। ਪਰ ਇਹ ਜ਼ਰੂਰ ਹੈ ਕਿ ਚਲੋ ਜਿਸ ਤਰ੍ਹਾਂ ਉਹਨਾਂ ਦਾ ਫੈਸਲਾ ਹੈਗਾ ਉਹਦੇ 'ਚ ਤਾਂ ਨਹੀਂ, ਪਰ ਇਹ ਜ਼ਰੂਰ ਹੈ ਕਿ ਜੋ ਲੋਕਾਂ 'ਚ ਚਰਚਾਵਾਂ ਅਸੀਂ ਤਾਂ ਉਸ ਗੱਲ ਦੇ ਉੱਤੇ ਆਪਣੀ ਗੱਲ ਨੂੰ ਕਹਿ ਰਹੇ ਹੈਗੇ ਹਾਂ ਕਿ ਜੇ ਸਾਦਾ ਸਮਾਗਮ ਹੁੰਦੇ ਤਾਂ ਇਹਨਾਂ ਦਾ ਜਿਹੜਾ ਪ੍ਰਭਾਵ ਸੀਗਾ ਹੋਰ ਵੀ ਜ਼ਿਆਦਾ ਹੁੰਦਾ, ਔਰ ਇਹਨਾਂ ਦਾ ਲੋਕਾਂ ਦੇ ਮਨਾਂ 'ਚ ਜਿਹੜਾ ਹੋਰ ਵੀ ਕੱਦ ਉੱਚਾ ਹੁੰਦਾ, ਹੋਰ ਵੀ ਜ਼ਿਆਦਾ ਮਾਣ ਸਤਿਕਾਰ ਵੱਧਦਾ। ਹੁਣ ਜਿਸ ਤਰ੍ਹਾਂ ਚਰਚਾ ਹੋ ਰਹੀ ਹੈ ਉਹ ਚਰਚਾ ਦੇ ਨਾਲ ਗੱਲ ਦੂਸਰੇ ਪਾਸੇ ਨੂੰ ਚਲੇਗੀ ਬਜਾਏ ਇਸ ਦੇ। ਇਹ ਠੀਕ ਹੈ ਕਿ ਇਹਨਾਂ ਨੂੰ ਠੀਕ ਲੱਗਿਆ ਹੋਏਗਾ ਤਾਂ ਉਹਨਾਂ ਨੇ ਕੀਤਾ ਹੈਗਾ, ਪਰ ਉਹਦੇ ਵਿੱਚ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਸੀ ਕਿ ਜਿਹੜੇ ਲੋਕਾਂ ਦੇ ਨਾਲ ਤੁਸੀਂ ਵਾਅਦੇ ਕੀਤੇ ਹੈ ਜਾਂ ਜਿਸ ਤਰ੍ਹਾਂ ਦੀ ਹਾਲਤ ਹੈਗੀ ਹੈ ਪੰਜਾਬ ਦੀ ਆਰਥਿਕਤਾ ਦੀ ਜਿਹੜੀ
ਜਿਹੜੀ ਤੁਸੀਂ ਆਪ ਹੀ ਕਹਿੰਦੇ ਆ, ਆਪ ਵੀ ਇਹਨਾਂ ਨੇ ਜਦੋਂ ਚੋਣਾਂ ਦੇ ਦੌਰਾਨ ਸਟੇਜਾਂ ਤੋਂ ਗੱਲ ਕਹੀ ਹੈ ਕਿ 3 ਲੱਖ ਦਾ ਕਰਜ਼ਾ ਹੈ। ਇਹਨਾਂ ਨੂੰ ਉਦੋਂ ਤਾਂ ਇਹ ਨਹੀਂ ਸੀ ਪਤਾ ਕਿ ਪਾਵਰ 'ਚ ਅਸੀਂ ਵੀ ਆ ਸਕਦੇ ਹਾਂ। 3 ਲੱਖ ਕਰੋੜ ਦਾ ਜਿਹੜਾ 31 ਮਾਰਚ ਨੂੰ 3.21 ਲੱਖ ਕਰੋੜ ਹੋ ਜਾਏਗਾ। ਇਹ ਅਫੀਸ਼ੀਅਲ ਫਿਗਰ ਉਹ ਤਾਂ ਜਿਹੜੀ ਹੈ ਮਲਟੀਪਲਾਈ ਹੁੰਦਾ ਹੀ ਜਾਣਾ ਜਿੰਨਾ ਵਿਆਜ ਹੈਗਾ। ਤੇ ਜੇ ਉਹ ਕਰਜ਼ੇ ਦੀ ਤੁਸੀਂ ਵੱਲ ਦੇਖੋ ਤਾਂ ਇਸ ਤਰ੍ਹਾਂ ਦੇ ਖਰਚੇ ਕਰਨ ਦੀ ਲੋੜ ਨਹੀਂ ਸੀ, ਇਹਦੇ ਤੋਂ ਬਚਿਆ ਜਾ ਸਕਦਾ ਸੀ। ਸਾਦਾ ਸਮਾਗਮ ਨਾਲ ਵੀ ਸਹੁੰ ਚੁੱਕ ਕੇ ਤਾਂ ਗੱਲ ਨੂੰ ਅੱਗੇ ਤੋਰਿਆ ਜਾ ਸਕਦਾ। ਜਨੂ ਸਾਹਿਬ ਅੱਗੇ ਹੈਗਾ ਮਤਲਬ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਗੜਬੜ ਚੱਲ ਰਹੀ ਹੈ, ਮਤਲਬ ਇਨ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਕੋਈ ਅਜੇ ਰਸਤਾ ਨਹੀਂ ਲੱਭ ਰਿਹਾ ਵੀ ਕੀ ਕੀਤਾ ਜਾਵੇ। ਇਸੇ ਲਈ ਜਿਹੜਾ ਹਰੀ ਚੌਧਰੀ ਹੈ, ਜਿਹੜੇ ਪੰਜਾਬ ਦੇ ਇੰਚਾਰਜ ਆ, ਜਿਨ੍ਹਾਂ ਦੇ ਉੱਪਰ ਇੱਕ ਕਾਂਗਰਸ ਦੇ MP ਨੇ ਬੜੇ ਦੋਸ਼ ਲਾਏ ਸੀਗੇ, ਇਹ ਗੱਲ ਹੋ ਰਹੀ ਆ ਵੀ ਉਹ ਅੱਜ ਪੰਜਾਬ ਦੇ ਵਿੱਚ ਜਾਇਜ਼ਾ ਲੈਣ ਆ ਰਹੇ ਆ। ਮਤਲਬ ਇਸ ਗੱਲ ਦੀ ਇੰਟਰੋਸਪੈਕਸ਼ਨ ਕੀਤੀ ਜਾਏਗੀ ਵੀ ਕਾਂਗਰਸ ਨੂੰ ਐਡੀ ਵੱਡੀ ਹਾਰ ਹੋਈ ਕਿਉਂ। ਤੇ ਇਸੇ ਦੌਰਾਨ ਜਿਹੜੇ ਆਪਣੇ ਜਾਖੜ ਹੈ, ਉਹਨਾਂ ਨੇ ਦੁਬਾਰਾ ਫਿਰ ਅੰਬਿਕਾ ਸੋਨੀ ਦੇ ਉੱਪਰ ਹਮਲਾ ਕੀਤਾ ਹੈ ਵੀ ਉਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਨਾਂ ਕਰਕੇ ਜਿਹੜਾ ਉਹ ਸਾਨੂੰ ਜਿਹੜਾ ਖਮਿਆਜਾ ਭੁਗਤਣਾ ਪਿਆ। ਉਹਨਾਂ ਕਿਹਾ ਵੀ ਜਿਹੜਾ ਚੰਨੀ ਨੂੰ ਉਹਨਾਂ ਨੇ ਫਿਰ ਜਿਹੜੀ CWC ਉਹਦੇ 'ਚ ਕਿਹਾ ਵੀ ਉਹ ਐਸੈਟ ਹੈ, ਪੰਜਾਬ ਦਾ ਐਸੈਟ ਹੈ। ਉਹਨਾਂ ਕਿਹਾ ਕਿਤੇ ਉਹਨਾਂ ਨੂੰ ਨੈਸ਼ਨਲ ਐਸੈਟ ਨਹੀਂ ਕਹਿ ਦਿੱਤਾ ਗਿਆ। ਮਤਲਬ ਇਹ ਗੱਲ ਜਿਹੜੀ ਆ, ਇਹ ਜਿਹੜਾ ਨੈਸ਼ਨਲ ਸਟੇਟ ਐਸੈਟ ਸੀਗਾ ਉਹ ਪੰਜਾਬ ਲਈ ਬਹੁਤ ਜਿਹੜਾ ਭਾਰੀ ਪਿਆ। ਇਸ ਕਰਕੇ ਇਹਦੇ ਬਾਰੇ ਸਹੀ ਫੈਸਲੇ ਜਿਹੜੇ ਆ ਕਾਂਗਰਸ ਪਾਰਟੀ ਨੂੰ ਕਰਨੇ ਚਾਹੀਦੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ 'ਚ ਅਸਲ 'ਚ ਤਾਂ ਇਹ ਹੈ ਕਿ ਦੇਖੋ ਕਾਂਗਰਸ ਨੂੰ ਅਜੇ ਵੈਸੇ ਵੀ ਕੋਈ ਰਾਹ ਨਹੀਂ ਮਿਲ ਰਿਹਾ ਕਿ ਉਹ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ, ਕਿਉਂਕਿ ਪਹਿਲਾਂ ਵੀ 4 ਸਟੇਟਾਂ ਦੀਆਂ ਚੋਣਾਂ ਹੋਈਆਂ ਸੀਗੀਆਂ, ਕੇਰਲਾ ਦੀਆਂ ਹੋਈਆਂ, ਤਾਮਿਲਨਾਡੂ ਦੀਆਂ ਹੋਈਆਂ, ਪੱਛਮੀ ਬੰਗਾਲ ਦੀਆਂ ਹੋਈਆਂ। ਤਾਂ ਉਸ ਸਮੇਂ ਇੱਕ ਜਿਹੜੀ ਜਿਸ ਤਰ੍ਹਾਂ ਦੀ ਹਾਰ ਦਾ ਮੂੰਹ ਕਾਂਗਰਸ ਨੂੰ ਦੇਖਣਾ ਪਿਆ ਸੀਗਾ, ਤਾਂ ਉਸ ਸਮੇਂ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਉਹਨੇ ਇਹ ਪੜਤਾਲ ਕਰਕੇ ਇਹ ਸਾਰਾ ਕੁਝ ਅਧਿਐਨ ਕਰਕੇ ਦੱਸਣਾ ਸੀਗਾ ਪਾਰਟੀ ਹਾਈ ਕਮਾਂਡ ਨੂੰ, CWC ਨੂੰ, ਕਾਂਗਰਸ ਵਰਕਿੰਗ ਕਮੇਟੀ ਨੂੰ, ਕਿ ਇਹਦੇ ਕੀ ਕਾਰਨ ਹੈ ਤੇ ਕੀ ਸਾਨੂੰ ਇਹਦੇ ਹੱਲ ਕਰਨੇ ਚਾਹੀਦੇ। ਉਹ ਰਿਪੋਰਟ ਤੇ ਉਸ ਤੋਂ ਬਾਅਦ ਕੁਝ ਨਹੀਂ ਹੋਇਆ। ਹੁਣ ਵੀ ਰਿਪੋਰਟ ਖੁੱਲੀ ਹੈ ਜਾਂ ਨਹੀਂ ਖੁੱਲੀ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਆਇਆ। ਸੋ ਇਸ ਕਰਕੇ ਹੁਣ ਵੀ ਜਿਹੜੀ ਸਥਿਤੀ, ਖਾਸ ਕਰਕੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਰੇਕ ਨੂੰ ਪਤਾ ਹੈ ਕਿ ਕਿਉਂ ਕਾਂਗਰਸ ਹਾਰੀ ਹੈ। ਹਰੇਕ ਨੇ ਇਹ ਸਾਰਾ ਕੁਝ ਦੇਖਿਆ, ਕੁਝ ਪਰਦੇ ਵਿੱਚ ਤਾਂ ਹੋਇਆ ਨਹੀਂ ਕਿ ਜਿਸ ਢੰਗ ਨਾਲ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਕਾਂਗਰਸ ਦੀ, ਉਹ ਆਪੇ ਹੀ ਇੱਕ ਦੂਸਰੇ ਦੇ ਉੱਤੇ ਇਸ ਢੰਗ ਨਾਲ ਜਿਹੜੇ ਚਿੱਕੜ ਉਛਾਲੀ ਕਰ ਰਹੇ ਸੀਗੇ, ਇੱਕ ਦੂਜੇ ਦੇ ਦੋਸ਼ ਲਾ ਰਹੇ ਸੀਗੇ ਉਹਦੇ ਵਿੱਚ। ਔਰ ਦੂਸਰਾ ਜਿਹੜੀਆਂ ਕਾਂਗਰਸ ਦੇ ਜਿਹੜੇ ਬਾਗੀ ਉਮੀਦਵਾਰ ਸੀਗੇ, ਜਿਸ ਢੰਗ ਨਾਲ ਉਹ ਖੜੇ ਸੀਗੇ ਔਰ ਜਿਸ ਢੰਗ ਨਾਲ ਸਾਰੇ ਚੋਣ ਨੂੰ ਜਿਹੜਾ ਹੈਂਡਲ ਕੀਤਾ ਗਿਆ ਜਾਂ ਉਹਦਾ ਚੋਣ ਪ੍ਰਚਾਰ ਕੀਤਾ ਗਿਆ, ਹਰੇਕ ਆਪੋ ਆਪਣੇ ਹਲਕੇ 'ਚ ਬੈਠਾ ਰਿਹਾ। ਜਿਹੜੀ ਇੱਕ ਕਾਂਗਰਸ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਸਾਰੀਆਂ 117 ਸੀਟਾਂ ਤੇ ਜਾ ਕੇ ਜਿਹੜੀ ਕੰਪੇਨ ਕਰਨੀ ਸੀ, ਚਾਹੇ ਉਹ ਸੁਨੀਲ ਜਾਖੜ ਹੋਣੀ ਨੇ, ਚਾਹੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣੀ ਨੇ, ਚਾਹੇ ਚਰਨਜੀਤ ਸਿੰਘ ਚੰਨੀ ਹੋਣੀ ਨੇ, ਉਹ ਇੱਕ ਟੀਮ ਦੇ ਤੌਰ ਤੇ ਕਿਤੇ ਵੀ ਜਾ ਕੇ ਉਸ ਤਰ੍ਹਾਂ ਦੀ ਏਕਤਾ ਜਾਂ ਇੱਕ ਸੁਰਤਾ ਜਾਂ ਇੱਕੋ ਪੇਜ ਤੇ ਉਹ ਨਜ਼ਰ ਨਹੀਂ ਆਏ ਕਿਤੇ ਵੀ। ਤਾਂ ਹੁਣ ਇਹ ਠੀਕ ਹੈ ਕਿ ਚਲੋ ਉਹਨਾਂ ਨੇ ਮਾਲਵਾ ਖੇਤਰ ਦਾ, ਜਿਸ ਤਰ੍ਹਾਂ ਹਰੀਸ਼ ਚੌਧਰੀ ਉਹਨਾਂ ਨੇ ਲੋਕਾਂ ਬਕਾਇਦਾ ਜਿਹੜੇ ਹਾਰੇ ਹੋਏ ਉਮੀਦਵਾਰ ਹੈ ਤੇ ਜਾਂ ਜਿਹੜੇ MLA ਬਣੇ ਆ ਉਹਨਾਂ ਤੋਂ ਜਾਣਕਾਰੀ ਲੈਣੀ ਹੈ। ਪਰ ਜਾਣਕਾਰੀ ਤਾਂ ਲਗਭਗ ਹੁਣ ਸਾਰਿਆਂ ਦੇ ਸਾਹਮਣੇ ਹੀ ਹੈ ਕਿ ਕਿਉਂ ਸਾਰਾ ਕੁਝ ਵਾਪਰਿਆ ਤੇ ਕੀ ਕੁਝ ਹੋਇਆ। ਤਾਂ ਅਜੇ ਤੱਕ ਵੀ ਉਹ ਜਿਹੜੀ ਲੜਾਈ ਸੀਗੀ ਕਾਂਗਰਸ ਦੇ ਅੰਦਰਲੀ, ਉਹ ਰੁਕ ਨਹੀਂ ਰਹੀ। ਅਜੇ ਵੀ ਇੱਕ ਦੂਸਰੇ ਤੇ ਦੋਸ਼ ਲੱਗ ਰਿਹਾ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਸੁਨੀਲ ਜਾਖੜ ਹੋਣਾ ਦੀ, ਉਹ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਇਹ ਸਾਰਾ ਜੋ ਕੁਝ ਵੀ ਕਲੇਸ਼ ਪੰਜਾਬ ਦੇ ਅੰਦਰ ਵਿੱਚ ਪਿਆ ਹੈਗਾ, ਉਹਦੇ ਵਿੱਚ ਜਿਹੜੇ ਅੰਬਿਕਾ ਸੋਨੀ ਹੈ ਉਹਨਾਂ ਦਾ ਹੀ ਜ਼ਿਆਦਾ ਰੋਲ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਉਹਦੇ ਕਰਕੇ ਗੱਲ ਇਸ ਪਾਸੇ ਨੂੰ ਤੁਰੀ ਹੈਗੀ ਹੈ। ਤੇ ਅਜੇ ਵੀ ਜਿਸ ਢੰਗ ਨਾਲ ਉਹ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਪਾਰਟੀ ਦਾ ਅਸੈਟ ਦੱਸ ਰਿਹਾ, ਉਹਦੇ ਲਈ ਵੀ ਉਹਨਾਂ ਨੇ ਉਹਨਾਂ ਤੇ ਹਮਲੇ ਕੀਤੇ ਹੈ ਕਿ ਇਹ ਕੋਈ ਅਸੈਟ ਨਹੀਂ ਹੈ, ਇਹ ਤਾਂ ਸਗੋਂ ਲਾਇਬਿਲਿਟੀ ਬਣ ਗਈ ਹੈ ਚਰਨਜੀਤ ਸਿੰਘ ਚੰਨੀ ਪਾਰਟੀ ਦੀ। ਔਰ ਬਕਾਇਦਾ ਉਹ ਕਹਿੰਦੇ ਆ ਕਿ ਜਦੋਂ ਉਹ ਰੰਗੇ ਹੱਥੀਂ ਇਹ ਸਾਰਾ ਕੁਝ ਫੜਿਆ ਗਿਆ, ਉਹ ਤਾਂ ਸ਼ਬਦ ਹੀ ਇਹ ਰੰਗੇ ਹੱਥੀਂ ਕਹਿੰਦੇ, ਉਸ ਤੋਂ ਬਾਅਦ ਤੱਕ ਕੋਈ ਕਿਸੇ ਤਰ੍ਹਾਂ ਦੀ ਗੁੰਜਾਇਸ਼ ਰਹਿ ਨਹੀਂ ਜਾਂਦੀ ਕਿ ਉਹਨਾਂ ਨੂੰ ਉਸ ਢੰਗ ਨਾਲ ਪਹਿਲਾਂ ਤਾਂ ਪੇਸ਼ ਕੀਤਾ ਗਿਆ ਜਿਸ ਢੰਗ ਨਾਲ, ਫਿਰ ਜਿਸ ਢੰਗ ਨਾਲ ਸਾਰੀ ਕੰਪੇਨ ਹੋਈ ਹੈ, ਉਹਦੇ ਨਾਲ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹ ਜਿਹੜਾ ਸੱਜਣ ਕੁਮਾਰ ਜਾਖੜ ਹੋਣੀ ਕਹਿ ਰਹੇ ਆ, ਔਰ ਉਹਨਾਂ ਨੇ ਅੱਜ ਨੈਸ਼ਨਲ ਇੱਕ TV ਵੀ ਉਹਦੇ ਤੇ ਵੀ ਉਹਨਾਂ ਨੇ ਸੁਨੀਲ ਜਾਖੜ ਇੰਟਰਵਿਊ ਦੌਰਾਨ ਉਹਨਾਂ ਨੇ ਕੀਤੀਆਂ ਹੈਗੀਆਂ। ਤੇ ਜਿੱਥੋਂ ਤੱਕ ਕਾਂਗਰਸ ਦੀ ਹਾਈ ਕਮਾਂਡ ਦੀ ਜਿਹੜੀ ਸਥਿਤੀ ਸਪਸ਼ਟ ਨਾ ਹੋਣ ਕਰਕੇ ਉਹਦਾ ਵੀ ਬਹੁਤ ਜ਼ਿਆਦਾ
ਨੁਕਸਾਨ ਜਿਹੜਾ ਹੋ ਰਿਹਾ ਹੈਗਾ, ਕਿਉਂਕਿ ਲਗਾਤਾਰ ਜਿਹੜੀ ਹੈ ਦਿੱਲੀ ਤੋਂ ਹੀ ਦਖਲਅੰਦਾਜ਼ੀ ਹੁੰਦੀ ਰਹੀ। ਔਰ ਅਸੀਂ ਦੇਖਿਆ ਹੈ ਕਿ ਜਿਹੜੇ 111 ਦਿਨ ਚਰਨਜੀਤ ਸਿੰਘ ਚੰਨੀ ਹੋਣੀ ਮੁੱਖ ਮੰਤਰੀ ਵੀ ਰਹੇ ਆ, ਤਾਂ ਉਹਨਾਂ ਦੇ ਦਿੱਲੀ ਦੇ ਗੇੜੇ ਹੀ ਲੱਗਦੇ ਰਹੇ ਆ। ਸੋ ਇਸ ਕਰਕੇ ਇਹ ਜਿਹੜੀ ਸਾਰੀ ਸਥਿਤੀ ਬਣੀ ਸੀਗੀ, ਉਹਦੇ ਵਿੱਚ ਹਾਰ ਤਾਂ ਹੋਣੀ ਸੀ। ਹੁਣ ਦੇਖੋ ਜਿਹੜਾ ਅਧਿਐਨ ਇਹਨਾਂ ਨੇ ਕਰਨਾ ਜਾਂ ਜਿਹੜੀ ਫੀਡਬੈਕ ਲੈਣੀ ਹੈਗੀ ਹਰੀਸ਼ ਚੌਧਰੀ ਉਹਨਾਂ ਨੇ ਮੀਟਿੰਗ ਸੱਦ ਕੇ, ਉਹਦੇ ਚੋਂ ਕੀ ਰਿਪੋਰਟ ਸਾਹਮਣੇ ਆਉਂਦੀ ਹੈ, ਤਾਂ ਕੀ ਜਿਹੜੀ ਹਾਈ ਕਮਾਂਡ ਹੈ ਪੰਜਾਬ ਦੇ ਬਾਰੇ ਹੁਣ ਅੱਗੇ ਆਉਣ ਵਾਲੇ ਸਮੇਂ ਫੈਸਲੇ ਲੈਂਦੀ ਹੈ। ਕਿਉਂਕਿ ਫੌਰੀ ਜਿਹੜੇ 3-4 ਕੰਮ ਹੈਗੇ ਆ ਜੰਮੂ ਜੀ, ਕਿ ਫੌਰੀ ਜਿਹੜੇ ਹੋਣੇ ਆ। ਇੱਕ ਤਾਂ ਜੰਡੂ ਸਾਹਿਬ, ਹਰੀਸ਼ ਚੌਧਰੀ ਹੋਣੀ ਇਹ ਤਾਂ ਜਾਣਕਾਰੀ ਲੈ ਲੈਣਗੇ, ਪਰ ਜਿਹੜੀ ਉਹਨਾਂ ਦੇ ਪਾਰਟ ਤੇ ਜਾਣਕਾਰੀ ਹੈ ਉਹ ਵੀ ਉਹਨਾਂ ਨੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਕੀਤੀ? ਮਤਲਬ ਉਹਨਾਂ ਦੇ ਕਾਰਵਾਈ ਵੀ ਨਹੀਂ ਕੀਤੀ ਜਾਵੇ, ਉਹਨਾਂ ਦੇ ਉੱਤੇ ਵੀ ਤਾਂ ਉਂਗਲਾਂ ਉੱਠਦੀਆਂ ਨੇ ਨਾ। ਬਿਲਕੁਲ ਜਿਸ ਤਰ੍ਹਾਂ ਬਿਲਕੁਲ ਸਰਜੀਤ ਮਾਨ ਹੋਣਾ ਨੇ ਕਿਹਾ, ਜਿਸ ਤਰ੍ਹਾਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਹੋਣੀ ਜਿਹੜੀ ਸਾਬਕਾ ਪ੍ਰਧਾਨ ਸੀ, ਉਹਨਾਂ ਨੇ ਵੀ ਇਸ ਗੱਲ ਤੇ ਉਂਗਲਾਂ ਚੁੱਕੀਆਂ ਹੈਗੀਆਂ, ਕਿ ਉਠਾਈਆਂ ਹੈਗੀਆਂ ਕਿ ਕਿਸ ਢੰਗ ਨਾਲ ਜਿਹੜੀਆਂ ਟਿਕਟਾਂ ਦੇ ਵਿੱਚ ਪੈਸਿਆਂ ਦਾ ਵੀ ਜਿਹੜਾ ਲੈਣ ਦੇਣ ਹੋਇਆ। ਇਹ ਤਾਂ ਹੁਣ ਉਹਨਾਂ ਦੀ ਪਾਰਟੀ ਦਾ ਮਾਮਲਾ, ਪਾਰਟੀ ਇਹ ਦੇਖੇ ਕਿ ਕਿਸ ਤਰ੍ਹਾਂ ਕਰਨਾ। ਪਰ ਉਹਦੇ ਵਿੱਚ ਜੇ ਇਹ ਸਾਰਾ ਕੁਝ ਜਿਸ ਤਰ੍ਹਾਂ ਦੀ ਹਾਲਤ ਹੈ, ਉਹਦੇ ਵਿੱਚ ਅਧਿਐਨ ਕੋਈ ਨਵਾਂ ਤਾਂ ਹੋਣਾ ਨਹੀਂਗਾ। ਉਹਦੇ ਵਿੱਚ ਉਮੀਦਵਾਰ ਜਿਹੜੇ ਹਾਰ ਗਏ ਆ, ਉਹਨਾਂ ਤੋਂ ਤੁਸੀਂ ਫੀਡਬੈਕ ਲਓ ਆਪਣੀ। ਤੇ ਗੱਲ ਤਾਂ ਅਲਟੀਮੇਟਲੀ ਤਾਂ ਜੰਮੂ ਜੀ ਗੱਲ ਇੱਥੇ ਜਾ ਕੇ ਨਿਬੜਨੀ ਹੈ ਕਿ ਫੈਸਲੇ ਕੀ ਤੁਸੀਂ ਲੈਂਦੇ ਹੋ। ਫੀਡਬੈਕ ਤਾਂ ਚਲੇ ਜਾਏਗੀ, ਤੁਸੀਂ ਲੈ ਵੀ ਜਾਓਗੇ, ਹੋਰ ਵੀ ਮੀਟਿੰਗ 1 ਕਰ ਲੋਗੇ, 2 ਕਰ ਲੋਗੇ, 3 ਕਰ ਲੋਗੇ, ਪਰ ਜੋ ਕੁਝ ਲੋਕਾਂ ਵਿੱਚ ਜਿਹੜੀ ਗੱਲ ਗਈ ਹੈ, ਇੱਕ ਤਾਂ ਇਹ ਗੱਲ ਤਾਂ ਲੋਕਾਂ 'ਚ ਗਈ ਹੈ ਨਾ ਕਿ ਕਾਂਗਰਸ ਦੀਆਂ ਜਿਹੜੀਆਂ ਟਿਕਟਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਪੈਸੇ ਦੀ ਵਰਤੋਂ ਹੋਈ ਹੈ। ਇੱਕ ਦੂਜੀ ਇਹ ਗੱਲ ਤਾਂ ਗਈ ਹੈ ਕਿ ਹਾਈ ਕਮਾਂਡ ਨੇ ਸਹੀ ਮੌਕੇ ਤੇ ਦਖਲ ਨਹੀਂ ਦਿੱਤਾ। ਤੀਸਰੀ ਗੱਲ ਇਹ ਵੀ ਤਾਂ ਗਈ ਹੈ ਕਿ ਹਾਈ ਕਮਾਂਡ ਨੇ ਠੀਕ ਫੈਸਲੇ ਔਰ ਜਿਹੜੇ ਇੰਚਾਰਜ ਸੀ ਉਹਨਾਂ ਨੇ ਠੀਕ ਫੈਸਲੇ ਇੱਥੇ ਨਹੀਂ ਲਏ, ਜਿਸ ਕਰਕੇ ਕਾਂਗਰਸ ਨੂੰ ਇੱਥੇ ਇਸ ਤਰ੍ਹਾਂ ਦੀ ਹਾਲਤ ਦਾ ਸਾਹਮਣਾ ਕਰਨਾ ਪਿਆ। ਔਰ ਅਜੇ ਤੱਕ ਵੀ ਜਿਹੜੇ ਦੇਸ਼ ਭਰ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਉਹ ਬਿਲਕੁਲ ਇੰਨੀ ਵੀਕ ਹੋ ਚੁੱਕੀ ਹੈ ਕਿ ਜਿਹੜੀਆਂ ਵੱਖ-ਵੱਖ ਰਾਜਾਂ ਦੇ ਵਿੱਚ ਹਰੇਕ ਜਿਹੜੇ ਸੂਬਾਈ ਯੂਨਿਟ ਹੈ ਉਹ ਜਿੰਦੀ ਜਿਸ ਤਰ੍ਹਾਂ ਮਰਜ਼ੀ ਹੈ ਉਸ ਤਰ੍ਹਾਂ ਹੀ ਉਹ ਕਰ ਰਿਹਾ ਹੈਗਾ। ਸੋ ਇਸ ਕਰਕੇ ਇਹ ਤਾਂ ਪ੍ਰਸ਼ਨ ਚਿੰਨ੍ਹ ਉੱਠਣ ਦੇ ਹੀ ਰਹਿਣਗੇ ਜਿੰਨੀ ਦੇਰ ਕਾਂਗਰਸ ਹਾਈ ਕਮਾਂਡ ਦੇ ਬਾਰੇ ਕੋਈ ਸਪਸ਼ਟ ਫੈਸਲਾ ਨਹੀਂ ਹੋ ਜਾਂਦਾ। ਅੱਜ ਵੀ ਜਿਹੜਾ ਹੈਗਾ ਇਸੇ ਗੱਲ ਨੂੰ ਲੈ ਕੇ ਕੌਮੀ ਜਿਹੜਾ ਮੀਡੀਆ ਹੈਗਾ ਉਹਦੇ ਤੇ ਵੀ ਇਸੇ ਗੱਲ ਤੇ ਡਿਸਕਸ਼ਨਾਂ ਚੱਲਦੀਆਂ ਰਹੀਆਂ ਕਿ ਕਾਂਗਰਸ ਦੇ ਅੰਦਰ ਕੀ ਰਾਹੁਲ ਗਾਂਧੀ ਦੀ ਜਿਹੜੀ ਹੈ ਰਾਜਨੀਤੀ ਖਤਮ ਹੋ ਗਈ ਹੈ। ਇੱਥੋਂ ਤੱਕ ਗੱਲਾਂ ਕਹੀਆਂ ਗਈਆਂ ਕੀ ਹੁਣ ਸਚਿਨ ਪਾਇਲਟ ਨੂੰ ਪ੍ਰਧਾਨ ਬਣਾਇਆ ਜਾ ਰਿਹਾ। ਸੋ ਇਸ ਕਰਕੇ ਇਹ ਕਈ ਤਰ੍ਹਾਂ ਦੀਆਂ ਚਰਚਾਵਾਂ ਉਹਦੇ ਵਿੱਚ ਹੁਣ ਪੰਜਾਬ ਦੀ ਸਥਿਤੀ ਹੈ। ਪੰਜਾਬ ਦੀ ਸਥਿਤੀ ਹੁਣ ਇਹ ਜਿਹੜੀ ਮੀਟਿੰਗ ਹੈ ਉਹ ਨਵਜੋਤ ਸਿੰਘ ਸਿੱਧੂ ਹੋਣੀ ਇਹਦੇ ਚ ਆਉਣਗੇ ਕਿ ਨਹੀਂ ਆਉਣਗੇ। ਬਾਕੀ ਦੀ ਜਿਹੜੀ ਪਾਰਟੀ ਦੀ ਸਾਰੀ ਜਥੇਬੰਦਕ ਢਾਂਚਾ ਹੈਗਾ ਉਹ ਕਿਸ ਤਰ੍ਹਾਂ ਅੱਗੇ ਵਰਕ ਕਰੇਗਾ, ਕਿਉਂਕਿ ਫੌਰੀ ਤਾਂ LOP ਦੀ ਚੋਣ ਹੋਣੀ ਹੈ। ਰਾਜ ਸਭਾ ਦੀਆਂ ਸੀਟਾਂ ਆ ਗਈਆਂ, ਜਿਹੜੀਆਂ ਚੋਣਾਂ 5 ਜਿਹੜੀਆਂ 31 ਮਾਰਚ ਨੂੰ ਹੋਣੀਆਂ, ਤੇ ਅੱਗੇ ਸੰਗਰੂਰ ਦੀ ਜਿਹੜੀ ਚੋਣ ਆ ਉਹ ਵੀ ਆ ਜਾਣੀ। ਸੋ ਜਿਹੜੀ ਫੌਰੀ ਜਿਹੜੀ ਸਥਿਤੀ ਮੰਗ ਕਰਦੀ ਆ ਉਹ ਤਾਂ ਮੰਗ ਕਰਦੀ ਆ ਕਿ ਕਾਂਗਰਸ ਹਾਈ ਕਮਾਂਡ ਫੌਰੀ ਜਿਹੜੇ ਇੱਥੇ ਫੈਸਲੇ ਲੈ ਕੇ, ਜੇ ਕੋਈ ਕਾਂਗਰਸ ਨੂੰ ਸਹੀ ਦਿਸ਼ਾ ਵਿੱਚ ਨਹੀਂ ਤੋਰਦੀ ਤਾਂ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਹੋਰ ਵੀ ਨੁਕਸਾਨ ਹੋਣ ਦਾ ਜਿਹੜਾ ਖਦਸ਼ਾ ਹੈ ਉਹ ਬਣਿਆ ਰਹੇਗਾ। ਇਹਦੇ ਨਾਲ ਹੀ ਜੰਡੂ ਸਾਹਿਬ ਇਹ ਲੰਮੀ ਬਹਿਸ ਹੈ, ਚੱਲਦੀ ਰਹਿਣੀ ਹੈ। ਅਜੇ ਇਹਦੇ ਤੇ ਕੁਝ ਮੇਰੇ ਖਿਆਲ ਕਾਫੀ ਕੁਝ ਹੋਰ ਆਏਗਾ ਤੇ ਅਲਟੀਮੇਟਲੀ ਇਹ ਫੈਸਲਾ ਹੋਏਗਾ ਕਿ ਕਾਂਗਰਸ ਹਾਈ ਕਮਾਂਡ ਕੁਝ ਕਰਨ ਦੇ ਸਮਰੱਥ ਹੈ ਜਾਂ ਨਹੀਂ। ਜਿੰਨਾ ਉਹ ਡਿਲੇ ਕਰੇਗੀ ਉਨੇ ਹੀ ਮਾਮਲੇ ਹੋਰ ਜਿਹੜੇ ਆ ਕਾਂਗਰਸ ਦੇ ਵਿਗੜਨਗੇ। ਇਹਦੇ ਨਾਲ ਹੀ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਸੀ। ਉਸ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਜਿਨ੍ਹਾਂ ਨੇ ਚੋਣਾਂ ਲੜੀਆਂ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਇਸ ਗੱਲ ਤੇ ਟਕਰਾਅ ਵੀ ਹੋਇਆ, ਆਪਸ ਵਿੱਚ ਖਹਿਬੜ ਵੀ ਪਏ, ਉੱਚੀ ਬੋਲਬਾਣੀ ਵੀ ਹੋਈ। ਪਰ ਜਿਹੜਾ ਇੱਕ ਧੜਾ ਸੀਗਾ ਜਿਹੜਾ ਕੱਲਾ ਅੰਦੋਲਨ ਨਾਲ ਜੁੜਿਆ ਰਿਹਾ, ਉਹਨਾਂ ਕਿਹਾ ਵੀ ਅਸੀਂ ਜਿਹੜਾ ਚੋਣਾਂ ਲੜਨ ਵਾਲਿਆਂ ਨੂੰ ਨਾਲ ਨਹੀਂ ਲੈਣਾ। ਪਹਿਲਾਂ ਵੀ ਸਾਡਾ ਸਟੈਂਡ ਰਿਹਾ, ਹੁਣ ਵੀ ਅਸੀਂ ਇਸ ਸਟੈਂਡ ਦੇ ਉੱਪਰ ਕਾਇਮ ਆ। ਪਰ ਨਾਲ ਕੁਝ ਸੱਦੇ ਜਿਹੜੇ ਦਿੱਤੇ ਗਏ ਉਹਦੇ ਵਿੱਚ ਕਿਹਾ ਗਿਆ ਕਿ 21 ਤਰੀਕ ਨੂੰ ਜਿਹੜਾ ਇਹ ਦੇਸ਼ ਭਰ ਦੇ ਵਿੱਚ ਜਿਹੜਾ ਇੱਕ ਰੋਸ ਦਿਵਸ ਮਨਾਇਆ ਜਾਏਗਾ। ਹਾਂਜੀ, ਤੇ ਉਸ ਦੇ ਨਾਲ ਹੀ 25 ਨੂੰ ਜਿਹੜਾ BBMB ਜੋ ਪੰਜਾਬ ਦਾ ਤੇ ਹਰਿਆਣੇ ਦਾ ਹਿੱਸਾ ਖਤਮ ਕੀਤਾ ਗਿਆ ਮੈਂਬਰਸ਼ਿਪ, ਉਹਦੇ ਲਈ 25 ਨੂੰ ਚੰਡੀਗੜ੍ਹ ਵੱਲ ਨੂੰ ਟਰੈਕਟਰ ਮਾਰਚ ਕੀਤਾ ਜਾਏਗਾ। ਉਹ ਤੋਂ ਨਾਲ ਜਿਹੜੀ ਆ 28-29 ਮਾਰਚ ਨੂੰ ਦੇਸ਼ ਵਿਆਪੀ ਟ੍ਰੇਡ ਯੂਨੀਅਨ ਦੀ ਹੜਤਾਲ, ਉਹਦੀ ਹਮਾਇਤ ਦਾ ਵੀ ਫੈਸਲਾ ਜਿਹੜਾ ਕੀਤਾ ਗਿਆ। ਉਹ ਤੋਂ ਬਾਅਦ ਅੱਗੇ ਜਾ ਕੇ ਜਿਹੜਾ ਇਹ ਇੱਕ ਦੇਸ਼ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਨੇ ਜਿਹੜੇ ਉਹਨਾਂ ਨਾਲ ਕੀਤੇ ਵਾਅਦੇ ਸੀ, ਸਮਝੌਤਾ ਕੀਤਾ, ਉਹਦੇ ਤੇ ਸਿਰੇ ਨਹੀਂ ਉਤਰੀ। ਉਹਦੇ ਤੇ ਲੈ ਕੇ ਜਿਹੜਾ ਪ੍ਰੋਟੈਸਟ ਮਾਰਚ ਜਿਹੜਾ ਪ੍ਰੋਗਰਾਮ 1 ਹਫ਼ਤੇ ਦਾ ਕੀਤਾ ਜਾਏਗਾ। ਇਹ ਜਿਹੜਾ ਕਿਸਾਨਾਂ ਦੇ ਵਿੱਚ ਆਪਸ ਦੇ ਵਿੱਚ ਇਹ ਗੱਲ ਹੋਈ ਹੈ, ਇਹ ਕਿੱਧਰ ਨੂੰ ਲੈ ਕੇ ਜਾਏਗੀ ਇਹ ਦੇਖਣ ਦੀ ਲੋੜ ਹੈ। ਕੀ ਇਹ ਵਾਪਸ ਜਿਹੜਾ ਵੱਡੇ ਪੱਧਰ ਤੇ ਅੰਦੋਲਨ ਹੋ ਸਕੇਗਾ ਜਾਂ ਨਹੀਂ ਹੋ ਸਕੇਗਾ? ਇਹ ਗੱਲਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਉਹਦੇ ਵਿੱਚ ਅਸਲ 'ਚ ਤਾਂ ਇਹ ਹੈ, ਦੇਖੋ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਪਹਿਲਾਂ ਵੀ ਖੇਤੀ ਕਾਨੂੰਨ ਵਾਪਸ ਹੋਏ ਸੀ ਤਾਂ ਉਦੋਂ ਉਹਨਾਂ ਨੇ ਮੋਰਚਾ ਮੁਲਤਵੀ ਕੀਤਾ ਸੀਗਾ, ਸਸਪੈਂਡ ਕੀਤਾ ਸੀਗਾ, ਉਹਨਾਂ ਨੇ ਖਤਮ ਨਹੀਂ ਸੀ ਕੀਤਾ। ਉਦੋਂ ਵੀ ਇਹ ਗੱਲਾਂ ਆਈਆਂ ਸੀਗੀਆਂ ਜਦੋਂ ਸ਼ੁਰੂ ਦੇ ਵਿੱਚ ਕਿ ਜਿਹੜੇ ਆਗੂ ਕਿਸਾਨ ਆਗੂ ਜਾ ਕੇ ਚੋਣਾਂ ਲੜਨਗੇ ਉਹਨਾਂ ਨੂੰ ਅਸੀਂ ਦੁਬਾਰਾ ਆਪਣੇ ਵਿੱਚ ਸ਼ਾਮਲ ਨਹੀਂ ਕਰਾਂਗੇ। ਤਾਂ ਉਸ ਤੋਂ ਬਾਵਜੂਦ ਉਸਦੇ ਕਿ ਪੰਜਾਬ 'ਚ ਤਾਂ ਉਹਨਾਂ ਨੇ ਬਕਾਇਦਾ ਆਣ ਕੇ ਪਾਰਟੀ ਬਣਾ ਕੇ ਸੰਯੁਕਤ ਸਮਾਜ ਮੋਰਚਾ ਚੋਣਾਂ ਲੜੀਆਂ, ਔਰ ਜਿਹੜੇ ਚੜੂੰਨੀ ਹੋਣੀ ਆ ਉਹਨਾਂ ਨੇ ਵੀ ਇੱਥੇ ਇੱਕ ਆਪਣੀ ਵੱਖਰੀ ਪਾਰਟੀ ਬਣਾਈ ਤੇ ਦੋਨਾਂ ਨੇ ਇਕੱਠੇ ਰਲ ਕੇ ਚੋਣਾਂ ਲੜੀਆਂ। ਜਦੋਂ ਕਿ ਬਾਕੀ ਹੋਰ ਕਿਸੇ ਵੀ ਥਾਂ ਤੇ ਯੂਪੀ ਅੰਦਰ ਜਾਂ ਹੋਰ ਕਿਸੇ ਥਾਂ ਤੇ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਵਾਪਰਿਆ, ਨਾ ਉੱਤਰਾਖੰਡ 'ਚ ਨਾ ਯੂਪੀ 'ਚ। ਸੋ ਇਸ ਕਰਕੇ ਉਹ ਜਿਹੜੀ ਗੱਲ ਹੈਗੀ ਆ ਉਹ ਤਾਂ ਉਹਨਾਂ ਦੇ ਅੰਦਰਲੇ ਜਿਹੜੇ ਮਤਭੇਦ ਹੈ ਉਹ ਤਾਂ ਰਹਿਣਗੇ ਹੀ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈਗੀ ਹੈ, ਕਿਉਂਕਿ ਉਹਨਾਂ ਦੀ ਜਿਹੜੀ ਪਹਿਲਾਂ ਇੱਕ ਸਹਿਮਤੀ ਬਣੀ ਸੀ, ਜਿਹੜਾ ਘੱਟੋ ਘੱਟ ਪ੍ਰੋਗਰਾਮ ਸੀਗਾ ਕਿਸਾਨ ਜਥੇਬੰਦੀਆਂ ਦਾ, ਉਹਦੇ ਵਿੱਚ ਇਹ ਗੱਲ ਸ਼ਾਮਲ ਸੀਗੀ ਕਿ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਲਾਗੇ ਨਹੀਂ ਲਾਉਣਾ, ਪੋਲੀਟੀਕਲ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖਣੀ। ਤੇ ਜੇ ਹੁਣ ਆਪ ਹੀ ਕਿਸਾਨ ਜਥੇਬੰਦੀਆਂ ਪੋਲੀਟੀਕਲ ਜਾ ਕੇ ਉਹਦੇ ਚ ਚੋਣਾਂ 'ਚ ਭਾਗ ਲੈਣਗੀਆਂ ਤਾਂ ਕੁਦਰਤੀ ਗੱਲ ਹੁਣ ਪੰਜਾਬ 'ਚ ਵੀ ਅਸੀਂ ਦੇਖਿਆ ਕਿ ਜਿਹੜੀਆਂ ਜਥੇਬੰਦੀਆਂ ਸਿੰਘੂ ਬਾਰਡਰ ਦੇ ਉੱਤੇ ਜਾਂ ਟਿੱਕਰੀ ਬਾਰਡਰ ਦੇ ਉੱਤੇ ਇਕੱਠੀਆਂ ਬੈਠੀਆਂ ਸੀ, ਜਿਨ੍ਹਾਂ ਨੇ 380 ਦਿਨ ਜਿਹੜਾ ਅੰਦੋਲਨ ਲੜਿਆ, ਤਾਂ ਉਹ ਜਦੋਂ ਪੰਜਾਬ 'ਚ ਚੋਣਾਂ ਦੇ ਮਾਮਲੇ ਤੇ ਆਣ ਕੇ ਉਹ ਵੀ ਵੱਖ-ਵੱਖ ਹੋ ਗਈਆਂ, ਸਾਰੀਆਂ ਜਥੇਬੰਦੀਆਂ ਇੱਕ ਸੁਰ ਰਹਿ ਹੀ ਨਹੀਂ ਸਕੀਆਂ। ਸੋ ਇਸ ਕਰਕੇ ਉਹਦੇ ਨਾਲ ਜਿਹੜੀ ਕਿਸਾਨਾਂ ਦੀ ਏਕਤਾ ਸੀ ਉਹਨੂੰ ਸੱਟ ਤਾਂ ਪਈ ਹੈਗੀ ਹੈ, ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈ। ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਨਵੇਂ ਸਿਰੇ ਤੋਂ ਇਹ ਫਿਰ ਆਪਣਾ ਅੰਦੋਲਨ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਰ੍ਹਾਂ ਉਹਨਾਂ ਨੇ ਦੇਸ਼ ਵਿਆਪੀ ਜਿਹੜਾ ਰੋਸ ਪ੍ਰਦਰਸ਼ਨ ਕਰਨੇ ਆ, ਉਹਦੇ ਨਾਲ ਫਿਰ ਇੱਕ ਜਿਹੜੀ ਹੈ ਅੰਦੋਲਨ ਨੂੰ ਗਤੀ ਮਿਲੇਗੀ, ਅੰਦੋਲਨ ਨੂੰ ਉਤਸ਼ਾਹ ਮਿਲੇਗਾ, ਤਾਂ ਨਵੇਂ ਸਿਰੇ ਤੋਂ ਅੰਦੋਲਨ ਜਿਹੜਾ ਫਿਰ ਇੱਕ ਰੂਪ ਅਖਤਿਆਰ ਕਰੇਗਾ। ਉਹਦੇ ਵਿੱਚ ਇਹ ਜਿਹੜੇ ਉਹਨਾਂ ਦੇ ਅੰਦਰੂਨੀ ਮਤਭੇਦ ਹੈ, ਉਹਨਾਂ ਨੇ ਇਹਨਾਂ ਨੂੰ ਜਿਹੜੀਆਂ ਚੋਣਾਂ ਲੜੀਆਂ ਉਹਨਾਂ ਨੂੰ ਆਪਣੇ ਨਾਲ ਲੈਣਾ ਜਾਂ ਨਹੀਂ ਲੈਣਾ, ਇਹ ਤਾਂ ਉਹਨਾਂ ਦਾ ਅੰਦਰੂਨੀ ਮਾਮਲਾ। ਪਰ ਜਿਹੜੀ ਗੱਲ ਕੇਂਦਰ ਸਰਕਾਰ ਨੇ ਉਹਨਾਂ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਉਹ ਉਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ। ਇਸੇ ਕਰਕੇ ਜਿਹੜੇ ਕਿਸਾਨ ਜਿਹੜੇ MSP ਦੇ ਉੱਤੇ ਵੀ ਉਹਨਾਂ ਨੇ ਬਕਾਇਦਾ ਵੱਖਰਾ ਜਿਹੜਾ ਐਕਸ਼ਨ ਕਰਨ ਦਾ ਪ੍ਰੋਗਰਾਮ ਲਿਖਿਆ, ਔਰ ਇਸ ਤਰ੍ਹਾਂ ਹੀ ਜਿਹੜਾ 11 ਤੋਂ ਜਿਹੜਾ 17 ਤੱਕ ਵੀ ਉਹਨਾਂ ਨੇ MSP ਜਿਹੜੀ ਅਪ੍ਰੈਲ ਨੂੰ ਉਹਨਾਂ ਨੇ ਉਹ MSP ਦੇ ਉੱਤੇ ਹੀ ਖਾਸ ਪ੍ਰੋਗਰਾਮ ਰੱਖਿਆ, ਤੇ ਬਾਕੀ ਵੀ ਜਿਹੜੀਆਂ ਮੰਗਾਂ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਆਪਣੇ ਅੰਦੋਲਨ ਦਾ ਜਿਹੜਾ ਪ੍ਰੋਗਰਾਮ ਲਿਖਿਆ। ਅੱਗੇ ਵੀ ਜਿਸ ਤਰ੍ਹਾਂ ਇੱਕ ਜਾਂ ਦੋ ਐਕਸ਼ਨਾਂ ਤੋਂ ਬਾਅਦ ਹੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਦਾ ਸੀ, ਹੁਣ ਉਹ ਵੀ ਉਹੀ ਉਹਨਾਂ ਨੇ ਕੀਤਾ। ਹੁਣ ਬਾਕੀ ਤਾਂ ਜਦੋਂ 16 ਅਪ੍ਰੈਲ 17 ਅਪ੍ਰੈਲ ਤੋਂ ਬਾਅਦ ਪਤਾ ਲੱਗੇਗਾ ਕਿ ਅੱਗੇਲਾ ਕੀ ਕਿਸਾਨ ਐਕਸ਼ਨ ਕਰਦੇ ਆ, ਔਰ ਉਸ ਤੋਂ ਪਹਿਲਾਂ ਕੀ ਸਰਕਾਰ ਵੱਲੋਂ ਜੋ ਕਿਸਾਨ ਇਸ ਵੇਲੇ ਮੰਗ ਕਰ ਰਿਹਾ ਕਿ ਜਿਹੜੀ ਤੁਸੀਂ ਕਮੇਟੀ ਕਹੀ ਸੀ MSP ਬਣਾਉਣ ਲਈ, ਉਹਦੇ ਉੱਤੇ ਕੀ ਸਰਕਾਰ ਫੈਸਲਾ ਲੈਂਦੀ ਹੈ, ਕਿਉਂਕਿ ਹੁਣ ਪਾਰਲੀਮੈਂਟ ਦਾ ਸੈਸ਼ਨ ਵੀ ਚੱਲ ਰਿਹਾ, ਤਾਂ ਇਹਦੇ ਵਿੱਚ ਹੋ ਸਕਦਾ ਹੈ ਕਿ ਕਿਸਾਨ ਕਈ ਵਾਰੀ ਕੋਈ ਇੱਕ ਹੋਰ ਵੀ ਫੈਸਲੇ ਕੋਈ ਕਰ ਸਕਦੇ ਆ ਇਹ ਸਾਰੇ ਦੇ ਦੌਰਾਨ। ਤੇ ਸੋ ਇਹ ਜਿਹੜੀ ਸਾਰੀ ਸਥਿਤੀ ਹੈ ਇਹ ਫੇਰ ਉਸੇ ਵੱਲ ਪਾਸੇ ਨੂੰ ਗੱਲ ਵੱਧ ਰਹੀ ਹੈ ਕਿ ਜਿਹੜੀ ਸਰਕਾਰ ਦੀ ਭਰੋਸੇਯੋਗਤਾ ਹੈ ਉਹਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਲੱਗਾ ਕਿ ਜਦੋਂ ਉਹਨਾਂ ਨੇ ਇੱਕ ਕਮਿਟਮੈਂਟ ਕੀਤੀ ਸੀ, ਇੱਕ ਵਚਨ ਦਿੱਤਾ ਸੀਗਾ, ਇੱਕ ਉਹਨਾਂ ਨਾਲ ਐਗਰੀਮੈਂਟ ਕੀਤਾ ਸੀ, ਤਾਂ ਸਰਕਾਰ ਨੂੰ ਉਸ ਐਗਰੀਮੈਂਟ ਦੇ ਉੱਤੇ ਪੂਰਾ ਉਤਰਨਾ ਚਾਹੀਦਾ ਸੀ। ਦੂਸਰੀ ਗੱਲ ਜੀ 25 ਮਾਰਚ ਦੀ ਜਿਹੜੀ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੈਂਬਰੀ ਖਤਮ ਕੀਤੀ ਗਈ ਹੈ, ਉਸ ਨੂੰ ਲੈ ਕੇ ਜਿਹੜਾ ਮਾਰਚ ਕਰਨਾ, ਤਾਂ ਇਹ ਤਾਂ ਕੁਦਰਤੀ ਗੱਲ ਹੈ ਕਿ ਪਹਿਲਾਂ ਵੀ ਜਦੋਂ ਸ਼ੁਰੂ ਆਇਆ ਹੋਇਆ ਸੀਗਾ, ਜਦੋਂ ਇਹ ਫੈਸਲਾ ਹੀ ਸਾਹਮਣੇ ਆਇਆ ਸੀ, ਨੋਟੀਫਿਕੇਸ਼ਨ ਆਇਆ ਸੀ, ਤਾਂ ਉਸ ਸਮੇਂ ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਤਾਂ ਇਹ ਵਿਰੋਧ ਕਰਨਾ ਵੀ ਬਣਦਾ, ਕਿਉਂਕਿ ਪਾਣੀ ਦਾ ਜਿਹੜਾ ਸਾਰਾ ਮਾਮਲਾ ਉਹ ਜਿਹੜਾ ਖੇਤੀ ਨਾਲ ਜੁੜਿਆ ਹੋਇਆ, ਇਸ ਕਰਕੇ ਕਿਸਾਨਾਂ ਦਾ ਇਸ ਮਾਮਲੇ ਦੇ ਉੱਤੇ ਆਪਣਾ ਰੋਸ ਪ੍ਰਗਟ ਕਰਨਾ ਔਰ ਸਰਕਾਰ ਤੇ ਦਬਾਅ ਬਣਾਉਣਾ ਇਹ ਬਣਦਾ ਹੈਗਾ। ਔਰ ਕੇਂਦਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਪੰਜਾਬ ਦੇ ਹੱਕਾਂ ਤੇ ਇਸ ਤਰ੍ਹਾਂ ਦੇ ਛਾਪੇ ਮਾਰਨ ਦੀ ਜਿਹੜੀਆਂ ਨੀਤੀਆਂ ਉਹਨੂੰ ਛੱਡੇ, ਔਰ ਇਸ ਤਰ੍ਹਾਂ ਦੇ ਬਿਨਾਂ ਵਜ੍ਹਾ ਜਿਹੜੇ ਟਕਰਾਅ ਪੈਦਾ ਹੋ ਰਹੇ ਆ ਉਹਨਾਂ ਨੂੰ ਨਾ ਅੱਗੇ ਵਧਾਇਆ ਜਾਵੇ। ਸੋ ਇਸ ਕਰਕੇ ਜੇ ਕੇਂਦਰ ਨੂੰ ਹੁਣ ਵੀ ਚਾਹੀਦਾ ਹੈ ਕਿ ਜਿਹੜੀ ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਜਿਹੜਾ ਉਹਨਾਂ ਦੀਆਂ ਬਕਾਇਆ ਮੰਗਾਂ ਹੈਗੀਆਂ ਉਹਨਾਂ ਦਾ ਹੱਲ ਕੀਤਾ ਜਾਵੇ, MSP ਦੇ ਮਾਮਲੇ ਦਾ ਹੱਲ ਕੀਤਾ ਜਾਵੇ, ਬਿਜਲੀ ਵਾਲੇ ਜਿਹੜੇ ਮਾਮਲੇ ਉਹਦਾ ਹੱਲ ਕੀਤਾ ਜਾਵੇ, ਲਖੀਮਪੁਰ ਵਾਲਾ ਜਿਹੜਾ ਮਾਮਲਾ ਹੈਗਾ ਉਹਦੇ ਵਿੱਚ ਜੋ ਕਮਿਟਮੈਂਟ ਕੀਤੀਆਂ ਹੈਗੀਆਂ, ਭਾਵੇਂ ਕਿ ਸੁਪਰੀਮ ਕੋਰਟ 'ਚ ਕਿਸਾਨ ਜਥੇਬੰਦੀਆਂ ਗਈਆਂ ਹੈਗੀਆਂ, ਅੱਜ ਹੀ ਸੁਣਵਾਈ ਹੋਣੀ ਉਸ ਕੇਸ ਦੀ ਜਿਹੜੇ ਸੁਪਰੀਮ ਕੋਰਟ ਦੇ ਵਿੱਚ। ਜੇ ਉੱਥੋਂ ਕੋਈ ਸੁਣਵਾਈ ਆ ਜਾਏ, ਕੋਈ ਉੱਥੋਂ ਡਾਇਰੈਕਸ਼ਨ ਆ ਜਾਏ ਤਾਂ ਗੱਲ ਵੱਖਰੀ, ਨਹੀਂ ਤੇ ਘੱਟੋ ਘੱਟ ਕੇਂਦਰ ਸਰਕਾਰ ਨੂੰ ਜਿਹੜੀਆਂ ਦੂਸਰੀਆਂ ਮੰਗਾਂ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਇੱਕ ਵਾਅਦਾ ਕੀਤਾ ਹੈਗਾ ਜਾਂ ਇੱਕ ਸਮਝੌਤਾ ਕੀਤਾ ਸੀ, ਉਹਦੇ ਤੇ ਤਾਂ ਜ਼ਰੂਰ ਖਰੇ ਉਤਰਨਾ ਚਾਹੀਦਾ, ਤਾਂ ਜੋ ਕਿਸਾਨਾਂ ਨੂੰ ਹੀ ਇਸ ਗੱਲ ਦਾ ਜਿਹੜਾ
ਲਾਹਾ ਵੀ ਮਿਲੇ ਔਰ ਉਹਨਾਂ ਦੀ ਇੱਕ ਤਸੱਲੀ ਵੀ ਹੋਵੇ, ਭਾਵੇਂ ਕਿ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਇਹ ਕੀ ਰੁਖ ਅਖਤਿਆਰ ਕਰਦਾ ਹੈ ਅੰਦੋਲਨ, ਇਹਦੇ ਬਾਰੇ ਤਾਂ ਪਤਾ ਲੱਗੇਗਾ ਬਾਅਦ 'ਚ ਹੀ। ਪਰ ਜੇ ਕਿਸਾਨਾਂ ਦੇ ਨਾਲ ਬੈਠ ਕੇ ਸਰਕਾਰ ਕੋਈ ਗੱਲਬਾਤ ਸ਼ੁਰੂ ਕਰਦੀ ਹੈ ਤਾਂ ਉਸ ਅੰਦੋਲਨ ਦਾ ਉਹ ਤਿੱਖਾ ਰੂਪ ਤਾਂ ਨਹੀਂ ਹੋਏਗਾ। ਪਰ ਜੇ ਸਰਕਾਰ ਪਹਿਲਾਂ ਵਾਂਗੂ ਅੜੀਆ ਵਤੀਰਾ ਕਰਦੀ ਹੈ ਤੇ ਇਹ ਜਿਹੜਾ ਅੰਦੋਲਨ ਹੈ ਹੋਰ ਵੀ ਤਿੱਖਾ ਹੋਏਗਾ ਤੇ ਹੋਰ ਵੀ ਦੇਸ਼ ਵਿਆਪੀ ਇਹ ਫੈਲੇਗਾ। ਸੋ ਨੰਨੂ ਸਾਹਿਬ, ਇੱਥੇ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਸਮਾਪਤ ਕਰਦੇ ਹਾਂ। ਤੁਹਾਡਾ ਧੰਨਵਾਦ, ਤੇ ਇੱਥੇ ਆਪਣੇ ਦਰਸ਼ਕਾਂ ਕੋਲੋਂ ਜਿਹੜੀ ਆਗਿਆ ਲੈਂਦੇ ਹਾਂ, ਤੇ ਕੱਲ ਫੇਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ।